ਸੁਆਗਤ ਹੈ ਪਿਆਰੇ ਸਰੋਤੇ। ਅੱਜ ਅਸੀਂ ਯੁਵਲ ਨੂੰ ਹਰਾਰੀ ਦੀ ਪ੍ਰਸਿੱਧ ਕਿਤਾਬ ਅਤੇ ਅਕਵਾਟ ਸੈਪੀਅੰਸ ਮਨੁੱਖ ਜਾਤੀ ਦਾ ਸੰਖੇਪ ਇਤਿਹਾਸ ਅਤੇ ਅਕਵਾਟ ਦੀ ਪੜਚੋਲ ਕਰਾਂਗੇ। ਮਨੁੱਖੀ ਇਤਿਹਾਸ, ਬੋਧਾਤਮਕ ਕ੍ਰਾਂਤੀਆਂ ਅਤੇ ਸਮਾਜਕ ਢਾਂਚਿਆਂ ਦੀ ਇਸ ਖੋਜ ਦੁਆਰਾ ਅਸੀਂ ਇਸ ਬਾਰੇ ਕੀਮਤੀ ਸੂਝ ਦਾ ਪਤਾ ਲਗਾਵਾਂਗੇ ਕਿ ਅਸੀਂ ਧਰਤੀ ਅਤੇ #39 ਤੇ ਪ੍ਰਮੁੱਖ ਸਪੀਸੀਜ਼ ਕਿਵੇਂ ਬਣ ਗਏ। ਇਕੱਠੇ ਮਿਲ ਕੇ ਆਓ ਅਤੇ ਅਕਵਾਟ ਸੈਪੀਅੰਸ ਅਤੇ ਅਕਵਾਟ ਦੀ ਦੁਨੀਆ ਵਿੱਚ ਖੋਜ ਕਰੀਏ ਅਤੇ ਸਾਡੇ ਸਾਂਝੇ ਇਤਿਹਾਸ ਦੇ ਭੇਦ ਖੋਜੀਏ। ਅਧਿਆਇ 1 ਬੋਧਾਤਮਕ ਕ੍ਰਾਂਤੀ ਅਤੇ ਮਨੁੱਖ ਜਾਤੀ ਦਾ ਜਨਮ। ਇਸ ਅਧਿਆਇ ਵਿੱਚ ਹਰਾਰੀ ਨੇ ਬੋਧਾਤਮਕ ਕ੍ਰਾਂਤੀ ਬਾਰੇ ਚਰਚਾ ਕੀਤੀ, ਜੋ ਕਿ ਮਨੁੱਖੀ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਹੈ ਜੋ ਲਗਭਗ 70,000 ਸਾਲ ਪਹਿਲਾਂ ਵਾਪਰਿਆ ਸੀ। ਇਸ ਘਟਨਾ ਨੇ ਹੋਮੋ ਸੈਪੀਅੰਸ ਦੇ ਉਭਾਰ ਨੂੰ ਚਿੰਨ੍ਹਿਤ ਕੀਤਾ, ਜਿਨ੍ਹਾਂ ਨੇ ਮਿਥਿਹਾਸ, ਦੇਵਤਿਆਂ ਅਤੇ ਵਪਾਰਕ ਨੈਟਵਰਕਾਂ ਵਰਗੀਆਂ ਅਮੂਰਤ ਧਾਰਨਾਵਾਂ ਨੂੰ ਬਣਾਉਣ ਅਤੇ ਵਿਸ਼ਵਾਸ ਕਰਨ ਦੀ ਆਪਣੀ ਯੋਗਤਾ ਦੁਆਰਾ ਆਪਣੇ ਆਪ ਨੂੰ ਦੂਜੀਆਂ ਜਾਤੀਆਂ ਤੋਂ ਵੱਖ ਕੀਤਾ। ਇਸ ਅਧਿਆਇ ਤੋਂ ਮੁੱਖ ਸਬਕ ਬੋਧਾਤਮਕ ਕ੍ਰਾਂਤੀ ਦੀ ਸ਼ਕਤੀ ਨੂੰ ਸਮਝੋ ਅਤੇ ਇਸ ਨੇ ਮਨੁੱਖ ਜਾਤੀ ਦੇ ਚਾਲ ਚੱਲਣ ਨੂੰ ਕਿਵੇਂ ਆਕਾਰ ਦਿੱਤਾ ਹੈ। ਅਧਿਆਇ 2 ਖੇਤੀਬਾੜੀ ਕ੍ਰਾਂਤੀ ਅਤੇ ਸਮਾਜ ਅਤੇ #39 ਤੇ ਇਸ ਦਾ ਪ੍ਰਭਾਵ। ਹਰਾਰੀ ਫਿਰ ਖੇਤੀਬਾੜੀ ਕ੍ਰਾਂਤੀ ਦੀ ਪੜਚੋਲ ਕਰਦਾ ਹੈ, ਜੋ ਲਗਭਗ 12,000 ਸਾਲ ਪਹਿਲਾਂ ਹੋਇਆ ਸੀ। ਸ਼ਿਕਾਰੀ ਜੀਵਨ ਸ਼ੈਲੀ ਤੋਂ ਸੈਟਲਡ ਖੇਤੀ ਸਮਾਜਾਂ ਵਿੱਚ ਇਸ ਤਬਦੀਲੀ ਦਾ ਮਨੁੱਖੀ ਜੀਵਨ ਅਤੇ #39 ਤੇ ਡੂੰਘਾ ਪ੍ਰਭਾਵ ਪਿਆ, ਜਿਸ ਨਾਲ ਆਬਾਦੀ ਵਿੱਚ ਵਾਧਾ ਹੋਇਆ, ਸਮਾਜਿਕ ਸ਼੍ਰੇਣੀਆਂ ਦੀ ਸਥਾਪਨਾ ਅਤੇ ਜਾਇਦਾਦ ਦੀ ਮਾਲਕੀ ਦੀ ਸ਼ੁਰੂਆਤ ਹੋਈ। ਇਸ ਅਧਿਆਇ ਤੋਂ ਮੁੱਖ ਸਬਕ ਪਛਾਣੋ ਕਿ ਕਿਵੇਂ ਖੇਤੀਬਾੜੀ ਕ੍ਰਾਂਤੀ ਨੇ ਸਮਾਜਿਕ ਢਾਂਚੇ ਅਤੇ ਮਨੁੱਖੀ ਜੀਵਨ ਨੂੰ ਡੂੰਘਾ ਰੂਪ ਦਿੱਤਾ ਹੈ। ਅਧਿਆਇ 3 ਮਿੱਥਾਂ ਅਤੇ ਸਾਂਝੇ ਵਿਸ਼ਵਾਸਾਂ ਦੀ ਸ਼ਕਤੀ। ਇਸ ਅਧਿਆਇ ਵਿੱਚ ਹਰਾਰੀ ਮਨੁੱਖੀ ਸਮਾਜਾਂ ਨੂੰ ਆਕਾਰ ਦੇਣ ਵਿੱਚ ਮਿੱਥਾਂ ਅਤੇ ਸਾਂਝੇ ਵਿਸ਼ਵਾਸਾਂ ਦੀ ਸ਼ਕਤੀ ਨੂੰ ਉਜਾਗਰ ਕਰਦਾ ਹੈ। ਉਹ ਦਲੀਲ ਦਿੰਦਾ ਹੈ ਕਿ ਧਰਮ, ਕੌਮਾਂ ਅਤੇ ਮਨੁੱਖੀ ਅਧਿਕਾਰਾਂ ਵਰਗੀਆਂ ਧਾਰਨਾਵਾਂ, ਭਾਵੇਂ ਸਰੀਰਕ ਤੌਰ ਅਤੇ #39 ਤੇ ਠੋਸ ਨਹੀਂ ਹਨ, ਉਨ੍ਹਾਂ ਵਿੱਚ ਸਾਡੇ ਸਾਂਝੇ ਵਿਸ਼ਵਾਸ ਕਾਰਨ ਬਹੁਤ ਪ੍ਰਭਾਵ ਪਾਉਂਦੀਆਂ ਹਨ। ਇਸ ਅਧਿਆਇ ਤੋਂ ਮੁੱਖ ਸਬਕ ਮਨੁੱਖੀ ਸਮਾਜਾਂ ਨੂੰ ਆਕਾਰ ਦੇਣ ਅਤੇ ਵੱਡੇ ਪੱਧਰ ਅਤੇ #39 ਤੇ ਸਹਿਯੋਗ ਨੂੰ ਚਲਾਉਣ ਲਈ ਸਾਂਝੇ ਵਿਸ਼ਵਾਸਾਂ ਅਤੇ ਸਮੂਹਿਕ ਕਲਪਨਾ ਦੀ ਸ਼ਕਤੀ ਨੂੰ ਸਮਝੋ। ਅਧਿਆਇ 4 ਪੈਸੇ ਅਤੇ ਵਪਾਰ ਦਾ ਵਿਕਾਸ। ਹਰਾਰੀ ਪੈਸੇ ਅਤੇ ਵਪਾਰ ਦੇ ਵਿਕਾਸ ਦੀ ਚਰਚਾ ਕਰਦਾ ਹੈ, ਟਰਸਟ ਪ੍ਰਣਾਲੀਆਂ ਦੇ ਰੂਪ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਰੇਖਾਂਕਿਤ ਕਰਦਾ ਹੈ ਜੋ ਸਹਿਯੋਗ ਅਤੇ ਆਰਥਿਕ ਵਿਕਾਸ ਦੀ ਸਹੂਲਤ ਦਿੰਦੇ ਹਨ। ਉਹ ਬਾਰਟਰ ਪ੍ਰਣਾਲੀਆਂ ਤੋਂ ਮੁਦਰਾ ਵਿੱਚ ਤਬਦੀਲੀ ਦੀ ਖੋਜ ਕਰਦਾ ਹੈ ਅਤੇ ਇਸ ਨੇ ਮਨੁੱਖੀ ਪਰਸਪਰ ਪ੍ਰਭਾਵ ਨੂੰ ਕਿਵੇਂ ਕ੍ਰਾਂਤੀ ਲਿਆ। ਇਸ ਅਧਿਆਇ ਤੋਂ ਮੁੱਖ ਸਬਕ ਮਨੁੱਖੀ ਸਮਾਜਾਂ ਵਿੱਚ ਪੈਸੇ ਅਤੇ ਵਪਾਰ ਦੀ ਪਰਿਵਰਤਨਸ਼ੀਲ ਭੂਮਿਕਾ ਅਤੇ ਆਰਥਿਕ ਅਤੇ ਸਮਾਜਿਕ ਢਾਂਚੇ ਉੱਤੇ ਉਨ੍ਹਾਂ ਦੇ ਪ੍ਰਭਾਵ ਨੂੰ ਸਮਝੋ। ਅਧਿਆਇ 5 ਰਾਜਾਂ ਅਤੇ ਸਾਮਰਾਜਾਂ ਦਾ ਉਭਾਰ। ਇਹ ਅਧਿਆਇ ਰਾਜਾਂ ਅਤੇ ਸਾਮਰਾਜਾਂ ਦੇ ਗਠਨ ਦੀ ਖੋਜ ਕਰਦਾ ਹੈ, ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਢਾਂਚੇ ਅਤੇ #39 ਤੇ ਉਨ੍ਹਾਂ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਦਾ ਹੈ। ਹਰਾਰੀ ਚਰਚਾ ਕਰਦਾ ਹੈ ਕਿ ਕਿਵੇਂ ਇਹਨਾਂ ਬਣਤਰਾਂ ਨੇ ਵਿਵਸਥਾ ਅਤੇ ਸਥਿਰਤਾ ਬਣਾਈ ਰੱਖਣ ਵਿੱਚ ਮਦਦ ਕੀਤੀ ਹੈ, ਪਰ ਨਾਲ ਹੀ ਸੰਘਰਸ਼ ਅਤੇ ਅਸਮਾਨਤਾ ਵੀ ਲਿਆਂਦੀ ਹੈ। ਇਸ ਅਧਿਆਇ ਤੋਂ ਮੁੱਖ ਸਬਕ ਰਾਜਾਂ ਅਤੇ ਸਾਮਰਾਜਾਂ ਦੇ ਗਠਨ ਅਤੇ ਕਾਰਜ ਨੂੰ ਸਮਝੋ ਅਤੇ ਮਨੁੱਖੀ ਸਮਾਜਾਂ ਅਤੇ #39 ਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਸਮਝੋ। ਅਧਿਆਇ 6 ਧਰਮ ਅਤੇ ਵਿਚਾਰਧਾਰਾ ਦੀ ਸ਼ਕਤੀ। ਹਰਾਰੀ ਮਨੁੱਖੀ ਸਮਾਜਾਂ ਨੂੰ ਆਕਾਰ ਦੇਣ ਅਤੇ ਵੱਡੇ ਪੱਧਰ ਅਤੇ #39 ਤੇ ਸਹਿਯੋਗ ਨੂੰ ਚਲਾਉਣ ਵਿੱਚ ਧਰਮ ਅਤੇ ਵਿਚਾਰਧਾਰਾ ਦੀ ਭੂਮਿਕਾ ਦੀ ਪੜਚੋਲ ਕਰਦਾ ਹੈ। ਉਹ ਵੱਖ-ਵੱਖ ਵਿਸ਼ਵਾਸ ਪ੍ਰਣਾਲੀਆਂ ਦੇ ਵਿਕਾਸ, ਸਮਾਜਕ ਨਿਯਮਾਂ ਅਤੇ #39 ਤੇ ਉਨ੍ਹਾਂ ਦੇ ਪ੍ਰਭਾਵ ਅਤੇ ਮਨੁੱਖੀ ਵਿਵਹਾਰ ਲਈ ਉਨ੍ਹਾਂ ਦੇ ਪ੍ਰਭਾਵਾਂ ਦੀ ਚਰਚਾ ਕਰਦਾ ਹੈ। ਇਸ ਅਧਿਆਇ ਤੋਂ ਮੁੱਖ ਸਬਕ ਮਨੁੱਖੀ ਸਮਾਜਾਂ ਨੂੰ ਆਕਾਰ ਦੇਣ ਅਤੇ ਸਹਿਯੋਗ ਅਤੇ ਸੰਘਰਸ਼ ਨੂੰ ਚਲਾਉਣ ਵਿੱਚ ਧਰਮ ਅਤੇ ਵਿਚਾਰਧਾਰਾ ਦੀ ਮਹੱਤਵਪੂਰਨ ਭੂਮਿਕਾ ਨੂੰ ਪਛਾਣੋ। ਅਧਿਆਇ 7 ਵਿਗਿਆਨਕ ਕ੍ਰਾਂਤੀ ਅਤੇ ਸਮਾਜ ਅਤੇ #39 ਤੇ ਇਸ ਦਾ ਪ੍ਰਭਾਵ। ਹਰਾਰੀ ਫਿਰ ਵਿਗਿਆਨਕ ਕ੍ਰਾਂਤੀ ਦੀ ਖੋਜ ਕਰਦਾ ਹੈ, ਜੋ ਕਿ 16ਵੀਂ ਸਦੀ ਦੇ ਆਸ-ਪਾਸ ਸ਼ੁਰੂ ਹੋਇਆ ਸੀ। ਇਹ ਅੰਦੋਲਨ ਨਿਰੀਖਣ, ਪ੍ਰਯੋਗ ਅਤੇ ਤਰਕ ਅਤੇ #39 ਤੇ ਜ਼ੋਰ ਦੇ ਕੇ ਵਿਸ਼ੇਸ਼ਤਾ, ਸੰਸਾਰ ਦੀ ਮਨੁੱਖੀ ਸਮਝ ਨੂੰ ਡੂੰਘਾ ਰੂਪ ਦਿੱਤਾ ਅਤੇ ਅੱਜ ਅਸੀਂ ਦੇਖ ਰਹੇ ਤਕਨੀਕੀ ਵਿਕਾਸ ਨੂੰ ਸਮਰੱਥ ਬਣਾਇਆ।
ਇਸ ਅਧਿਆਇ ਤੋਂ ਮੁੱਖ ਸਬਕ ਵਿਗਿਆਨਕ ਕ੍ਰਾਂਤੀ ਦੀ ਪਰਿਵਰਤਨਸ਼ੀਲ ਸ਼ਕਤੀ ਅਤੇ ਸੰਸਾਰ ਅਤੇ ਤਕਨੀਕੀ ਤਰੱਕੀ ਬਾਰੇ ਸਾਡੀ ਸਮਝ ਅਤੇ 39 ਤੇ ਇਸ ਦੇ ਚੱਲ ਰਹੇ ਪ੍ਰਭਾਵਾਂ ਨੂੰ ਸਵੀਕਾਰ ਕਰੋ। ਅਧਿਆਇ 8 ਉਦਯੋਗਿਕ ਕ੍ਰਾਂਤੀ ਅਤੇ ਪੂੰਜੀਵਾਦ ਦਾ ਉਭਾਰ। ਇਸ ਅਧਿਆਇ ਵਿੱਚ ਹਰਾਰੀ ਉਦਯੋਗਿਕ ਕ੍ਰਾਂਤੀ ਅਤੇ ਪੂੰਜੀਵਾਦ ਦੇ ਉਭਾਰ ਦੀ ਚਰਚਾ ਕਰਦਾ ਹੈ, ਵਿਸ਼ਲੇਸ਼ਣ ਕਰਦਾ ਹੈ ਕਿ ਕਿਵੇਂ ਇਹਨਾਂ ਘਟਨਾਵਾਂ ਨੇ ਆਰਥਿਕ ਪ੍ਰਣਾਲੀਆਂ, ਸਮਾਜਿਕ ਢਾਂਚੇ ਅਤੇ ਮਨੁੱਖੀ ਜੀਵਨ ਨੂੰ ਮੁੜ ਆਕਾਰ ਦਿੱਤਾ ਹੈ। ਇਸ ਅਧਿਆਇ ਤੋਂ ਮੁੱਖ ਸਬਕ ਉਦਯੋਗਿਕ ਕ੍ਰਾਂਤੀ ਅਤੇ ਪੂੰਜੀਵਾਦ ਦੇ ਉਭਾਰ ਦੁਆਰਾ ਲਿਆਂਦੀਆਂ ਡੂੰਘੀਆਂ ਤਬਦੀਲੀਆਂ ਨੂੰ ਸਮਝੋ, ਜਿਸ ਵਿੱਚ ਆਰਥਿਕ ਪ੍ਰਣਾਲੀਆਂ, ਸਮਾਜਿਕ ਢਾਂਚੇ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਸ਼ਾਮਲ ਹਨ। ਅਧਿਆਇ 9 ਉਪਭੋਗਤਾਵਾਦ ਦਾ ਉਭਾਰ। ਹਰਾਰੀ ਉਦਯੋਗਿਕ ਕ੍ਰਾਂਤੀ ਵਿੱਚ ਇਸ ਦੀਆਂ ਜੜ੍ਹਾਂ ਅਤੇ ਵਿਸ਼ਵ ਆਰਥਿਕਤਾ ਅਤੇ ਸਮਾਜ ਉੱਤੇ ਇਸ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਉਪਭੋਗਤਾਵਾਦ ਦੇ ਉਭਾਰ ਦੀ ਪੜਚੋਲ ਕਰਦਾ ਹੈ। ਉਹ ਚਰਚਾ ਕਰਦਾ ਹੈ ਕਿ ਕਿਵੇਂ ਉਪਭੋਗਤਾਵਾਦ ਇੱਕ ਪ੍ਰਮੁੱਖ ਵਿਚਾਰਧਾਰਾ ਬਣ ਗਿਆ ਹੈ, ਸਾਡੇ ਵਿਹਾਰਾਂ, ਇੱਛਾਵਾਂ ਅਤੇ ਕਦਰਾਂ-ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਅਧਿਆਇ ਤੋਂ ਮੁੱਖ ਸਬਕ ਸਾਡੇ ਵਿਹਾਰਾਂ, ਜੀਵਨ ਸ਼ੈਲੀ ਅਤੇ ਸਮਾਜਿਕ ਢਾਂਚੇ ਅਤੇ 39 ਤੇ ਖਪਤਵਾਦ ਦੇ ਮਹੱਤਵਪੂਰਨ ਪ੍ਰਭਾਵ ਨੂੰ ਪਛਾਣੋ। ਅਧਿਆਇ 10 ਤਕਨਾਲੋਜੀ ਦੀ ਸ਼ਕਤੀ ਅਤੇ ਸੇਪੀਅਨਸ ਦਾ ਭਵਿੱਖ। ਸਮਾਪਤੀ। ਅਧਿਆਇ ਤਕਨਾਲੋਜੀ ਦੀ ਪਰਿਵਰਤਨਸ਼ੀਲ ਸ਼ਕਤੀ ਅਤੇ ਹੋਮੋ ਸੇਪੀਅਨਸ ਦੇ ਭਵਿੱਖ ਲਈ ਇਸ ਦੇ ਸੰਭਾਵੀ ਪ੍ਰਭਾਵਾਂ ਬਾਰੇ ਚਰਚਾ ਕਰਦਾ ਹੈ। ਹਰਾਰੀ ਸਾਡੀਆਂ ਪ੍ਰਜਾਤੀਆਂ ਦੇ ਭਵਿੱਖ ਦੇ ਚਾਲ ਚੱਲਣ ਅਤੇ 39 ਤੇ ਵਿਚਾਰ ਕਰਦੇ ਹੋਏ ਨਕਲੀ ਬੁੱਧੀ ਅਤੇ ਜੈਨੇਟਿਕ ਇੰਜੀਨੀਅਰਿੰਗ ਵਰਗੀਆਂ ਤਰੱਕੀਆਂ ਦੇ ਨੈਤਿਕ ਅਤੇ ਸਮਾਜਕ ਪ੍ਰਭਾਵਾਂ ਦੀ ਪੜਚੋਲ ਕਰਦਾ ਹੈ। ਇਸ ਅਧਿਆਇ ਤੋਂ ਮੁੱਖ ਸਬਕ ਮਨੁੱਖ ਜਾਤੀ ਦੇ ਭਵਿੱਖ ਲਈ ਤੇਜ਼ੀ ਨਾਲ ਅੱਗੇ ਵਧ ਰਹੀ ਤਕਨਾਲੋਜੀ ਦੇ ਸੰਭਾਵੀ ਪ੍ਰਭਾਵਾਂ ਅਤੇ ਇਸ ਦੁਆਰਾ ਉਠਾਏ ਜਾਣ ਵਾਲੇ ਨੈਤਿਕ ਵਿਚਾਰਾਂ ਨੂੰ ਸਮਝੋ। ਸਿੱਟਾ ਯੁਵਲ ਨੂੰ ਹਰਾਰੀ ਦੁਆਰਾ ਸੇਪੀਅਨਸ ਦੀ ਯਾਤਰਾ ਅਤੇ ਅਕਵਾਡ ਸੈਪੀਅਨਸ ਮਨੁੱਖ ਜਾਤੀ ਦਾ ਸੰਖੇਪ ਇਤਿਹਾਸ ਅਤੇ ਅਕਵਾਡ ਮਨੁੱਖੀ ਇਤਿਹਾਸ ਦੀ ਇੱਕ ਵਿਆਪਕ ਖੋਜ ਪੇਸ਼ ਕਰਦਾ ਹੈ। ਉਹਨਾਂ ਇਨਕਲਾਬਾਂ, ਵਿਚਾਰਧਾਰਾਵਾਂ ਅਤੇ ਕਾਢਾਂ ਅਤੇ 39 ਤੇ ਰੌਸ਼ਨੀ ਪਾਉਂਦਾ ਹੈ ਜਿਨ੍ਹਾਂ ਨੇ ਸਾਨੂੰ ਆਕਾਰ ਦਿੱਤਾ ਹੈ। ਕਿਤਾਬ ਹੋਮੋ ਸੈਪੀਅਨਸ ਦੇ ਚਾਲ ਚੱਲਣ ਨੂੰ ਆਕਾਰ ਦੇਣ ਵਿੱਚ ਸਾਂਝੇ ਵਿਸ਼ਵਾਸਾਂ, ਬੋਧਾਤਮਕ ਯੋਗਤਾਵਾਂ ਅਤੇ ਤਕਨੀਕੀ ਤਰੱਕੀ ਦੀ ਸ਼ਕਤੀ ਅਤੇ 39 ਤੇ ਜ਼ੋਰ ਦਿੰਦੀ ਹੈ। ਹਰਾਰੀ ਦੀ ਪਹੁੰਚ ਵਿੱਚ ਸਾਡੇ ਅਤੀਤ ਨੂੰ ਸਮਝਣ ਅਤੇ ਸਾਡੇ ਭਵਿੱਖ ਦੀ ਉਮੀਦ ਕਰਨ ਲਈ ਬੋਧਾਤਮਕ ਕ੍ਰਾਂਤੀ ਤੋਂ ਲੈ ਕੇ AI ਦੇ ਉਭਾਰ ਤੱਕ ਸਾਡੇ ਇਤਿਹਾਸ ਵਿੱਚ ਮਹੱਤਵਪੂਰਨ ਤਬਦੀਲੀਆਂ ਦੀ ਜਾਂਚ ਕਰਨਾ ਸ਼ਾਮਲ ਹੈ। ਇਹਨਾਂ ਸੂਝਾਂ ਨੂੰ ਸਮਝ ਕੇ ਪਾਠਕ ਸਾਡੇ ਸਾਂਝੇ ਇਤਿਹਾਸ ਅਤੇ ਸਾਡੇ ਸੰਭਾਵੀ ਭਵਿੱਖ ਬਾਰੇ ਡੂੰਘੀ ਸਮਝ ਪ੍ਰਾਪਤ ਕਰ ਸਕਦੇ ਹਨ। ਅਤੇ ਤੁਹਾਡੇ ਕੋਲ ਇਹ ਹੈ ਯੁਵਲ ਨੂੰ ਹਰਾਰੀ ਦੁਆਰਾ ਅਤੇ ਅਕਵਾਡ ਸੈਪੀਅਨਸ ਮਨੁੱਖ ਜਾਤੀ ਦਾ ਸੰਖੇਪ ਇਤਿਹਾਸ ਅਤੇ ਅਕਵਾਡ ਦੀ ਇੱਕ ਸੰਖੇਪ ਖੋਜ। ਅਸੀਂ ਮਨੁੱਖੀ ਇਤਿਹਾਸ ਦੀ ਯਾਤਰਾ ਕੀਤੀ ਹੈ, ਮਹੱਤਵਪੂਰਨ ਕ੍ਰਾਂਤੀਆਂ ਦੀ ਖੋਜ ਕੀਤੀ ਹੈ ਅਤੇ ਸਾਡੀਆਂ ਨਸਲਾਂ ਦੇ ਭਵਿੱਖ ਬਾਰੇ ਸੋਚਿਆ ਹੈ। ਜਿਵੇਂ ਕਿ ਅਸੀਂ ਸਿੱਟਾ ਕੱਢਦੇ ਹਾਂ, ਇਹਨਾਂ ਸੂਝਾਂ ਅਤੇ 39 ਤੇ ਵਿਚਾਰ ਕਰੋ ਅਤੇ ਸਾਡੇ ਭਵਿੱਖ ਲਈ ਇਹਨਾਂ ਦੇ ਪ੍ਰਭਾਵਾਂ ਅਤੇ 39 ਤੇ ਵਿਚਾਰ ਕਰੋ। ਯਾਦ ਰੱਖੋ, ਸਾਡੇ ਅਤੀਤ ਨੂੰ ਸਮਝਣਾ ਸਾਡੇ ਭਵਿੱਖ ਨੂੰ ਨੈਵੀਗੇਟ ਕਰਨ ਦੀ ਕੁੰਜੀ ਹੈ ਅਤੇ ਅਕਵਾਡ ਸੈਪੀਅਨਸ ਅਤੇ ਅਕਵਾਡ ਇਸ ਖੋਜ ਲਈ ਇੱਕ ਮਜ਼ਬੂਤ ਢਾਂਚਾ ਪ੍ਰਦਾਨ ਕਰਦਾ ਹੈ। ਅਤੇ ਅਕਵਾਡ ਸੈਪੀਅਨਸ ਅਤੇ ਅਕਵਾਡ ਦੀ ਪੜਚੋਲ ਕਰਨ ਵਿੱਚ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਜੇ ਤੁਸੀਂ ਇਸ ਸੰਖੇਪ ਦਾ ਆਨੰਦ ਮਾਣਿਆ ਹੈ ਤਾਂ ਸਾਡੇ ਚੈਨਲ ਨੂੰ ਪਸੰਦ ਕਰੋ, ਸਾਂਝਾ ਕਰੋ ਅਤੇ ਸਬਸਕ੍ਰਾਈਬ ਕਰੋ। ਹੇਠਾਂ ਦਿੱਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਅਤੇ ਸਿਫਾਰਸ਼ਾਂ ਛੱਡਣ ਲਈ ਸੁਤੰਤਰ ਮਹਿਸੂਸ ਕਰੋ। ਇੱਕ ਹੋਰ ਸਾਹਿਤਕ ਸਾਹਸ ਲਈ ਅਗਲੀ ਵਾਰ ਮਿਲਦੇ ਹਾਂ।